ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਜਾਂ ਪ੍ਰਭ ਕੀ ਹੋਂ ਚਿਰੁਲੀ ਸੋ ਸਭ ਤੇ ਉੱਚਾ। ਸਭ ਕਿਛ ਤਾਂਕਾ ਕਾਂਢੀਐ ਥੋਰਾ ਅਰ ਮੁਚਾ। ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮਨੀਆਂ। ਨਾਮ ਜਿਸੇ ਕੈ ਉਜਲੀ ਤਿਸ ਦਾਸੀ ਗਣੀਆਂ। ਵੇ ਪ੍ਰਵਾਹ ਆਨੰਦ ਮੈਂ ਨਾਉ ਮਨ ਕੀਰਾ। ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ। ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋ। ਸੇਵੋ ਸਾਧੂ ਭਾਉ ਕਰ ਤਉ ਨਿਦ ਹਰ ਪਾਵ। ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ। ਜਿਸੈ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ। ਫਿਰਦ ਫਿਰਦ ਪ੍ਰਭ ਆਇਆ ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ। ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਰਹੀ ਸਾਧ ਸੰਗਤ। ਧੰਤਾ ਦੇ ਯੋਗ ਵੱਡ ਭਾਗੇ ਹਾਂ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦਵਾਰ। ਸਾਨੂੰ ਉਹ ਵੇਲਾ ਬਖਸ਼ਿਸ਼ ਕੀਤਾ ਜਿਸ ਵੇਲੇ ਨੂੰ ਅੰਮ੍ਰਿਤ ਪੀਣਾ ਕਹਿੰਦੇ ਨੇ, ਅੰਮ੍ਰਿਤ ਰਸ ਕਹਿੰਦੇ ਨੇ, ਅੰਮ੍ਰਿਤ ਬਾਣੀ ਕਹਿੰਦੇ ਨੇ, ਅਮਿਓ ਝਰਨੇ ਕਹਿੰਦੇ ਨੇ। ਔਰ ਬਹੁਤ ਕੀਮਤੀ ਸਮਾਂ ਜਿਸ ਨੂੰ ਕਹਿੰਦੇ ਨੇ, ਉਹ ਸਮਾਂ ਸਾਨੂੰ ਮਹਾਰਾਜ ਜੀ ਨੇ ਦਿੱਤਾ ਹੈ। ਬਾਣੀ ਦੀ ਇੱਕ ਅਸੀਂ ਪੰਕਤੀ ਅਕਸਰ ਪੜ੍ਹਦੇ ਹਾਂ, ਖੁਸ਼ੀ ਦੇ ਸਮਾਗਮਾਂ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਲੱਖ ਖੁਸ਼ੀਆਂ ਤਾਂ ਹੀ ਪਾਤਸ਼ਾਹੀਆਂ ਦੀਆਂ ਹਨ। ਅਗਲੀ ਪੰਕਤੀ ਵੀ ਨਾਲ ਪੜ੍ਹੀ ਜਾਏ ਤਾਂ ਪਤਾ ਲੱਗਦਾ। ਨਿਮਖ ਏਕ ਹਰ ਨਾਮ ਦੇ। ਮੈਨੂੰ ਆਪਣਾ ਨਾਮ, ਮੈਨੂੰ ਆਪਣੀ ਸੰਗਤ ਮਹਾਰਾਜ ਬਖਸ਼ੋ ਤਾਂ ਲੱਖ ਖੁਸ਼ੀਆਂ। ਜਦੋਂ ਲੱਖ ਖੁਸ਼ੀਆਂ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਸਾਡੇ ਮੂਹਰੇ ਇੱਦਾਂ ਆਉਂਦਾ ਕੋਈ ਸ਼ਗਨ ਦਾ ਪ੍ਰੋਗਰਾਮ, ਕੋਈ ਵਿਆਹ ਦਾ ਪ੍ਰੋਗਰਾਮ, ਕੋਈ ਬੱਚਾ ਜੰਮਿਆ ਕਿਸੇ ਦਾ ਉਹ ਪ੍ਰੋਗਰਾਮ ਹੋਣਾ, ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹੀਆਂ ਜਾ ਰਹੀਆਂ ਨੇ। ਅਤੇ ਇਹ ਜਿਹੜਾ ਸ਼ਬਦ ਹੈ, ਸ਼ਬਦ ਤਾਂ ਸਾਰੇ ਹੀ ਮਹਾਰਾਜ ਜੀ ਦੀ ਬਖਸ਼ਿਸ਼ ਵਾਲੇ ਹਨ, ਪਰ ਕੁਝ ਕੁ ਸ਼ਬਦ ਅਸੀਂ ਖਾਸ ਸਮਿਆਂ 'ਤੇ ਪੜ੍ਹਦੇ ਹਾਂ ਅਤੇ ਸਾਡੇ ਮਨ ਦੀ ਧਾਰਨਾ ਹੁੰਦਾ ਵੀ ਇਹ ਸ਼ਬਦ ਜਿਹੜਾ ਇਹ ਖੁਸ਼ੀਆਂ ਵਾਲਾ ਸ਼ਬਦ। ਵੈਸੇ ਸਾਰੇ ਹੀ ਖੁਸ਼ੀਆਂ ਵਾਲੇ ਹਨ,
ਜਦੋਂ ਇਨਸਾਨ ਨੂੰ ਗਿਆਨ ਮਿਲਦਾ, ਚਾਹੇ ਨੌਵੇਂ ਪਾਤਸ਼ਾਹ ਦੀ ਬੈਰਾਗਮਈ ਬਾਣੀ ਹੋਵੇ, ਚਾਹੇ ਨੌਵੇਂ ਪਾਤਸ਼ਾਹ ਦੀ ਬੈਰਾਗਮਈ ਬਾਣੀ ਹੋਵੇ, ਤੇ ਚਾਹੇ ਪੰਜਵੇਂ ਪਾਤਸ਼ਾਹ ਦਾ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਦਾ ਸ਼ਬਦ ਹੋਵੇ। ਇਹ ਸਾਰੇ ਹੀ ਸ਼ਬਦ ਸਾਨੂੰ ਜਗਾਉਂਦੇ ਨੇ, ਗਿਆਨ ਦਿੰਦੇ ਨੇ, ਖੁਸ਼ੀ ਦਿੰਦੇ ਹਨ। ਜਦੋਂ ਅਸੀਂ ਵਿਆਹ ਹੋਆ ਮੇਰੇ ਬਾਬਲਾ ਦਾ ਸ਼ਬਦ ਪੜ੍ਹਦੇ ਹਾਂ ਨਾ, ਉਹਦੇ ਵਿੱਚ ਮਰਨਾ ਵੀ ਆਉਂਦਾ ਹੈ। ਨਹੀਂ ਤੇ ਖੁਸ਼ੀ ਦੇ ਸਮੇਂ ਜੇ ਕੋਈ ਮਰਨ ਵਾਲਾ ਸ਼ਬਦ ਪੜ੍ਹ ਦਿੱਤਾ ਜਾਏ ਤਾਂ ਲੋਕ ਕਹਿਣਗੇ ਵੀ ਇਹ ਕੀ ਪੜ੍ਹ ਦਿੱਤਾ। ਜਿਵੇਂ ਕਿਸੇ ਦੇ ਘਰ ਮਰਗ ਹੋਈ ਹੋਵੇ, ਉੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਕੋਈ ਪੜ੍ਹ ਦੇਵੇ ਨਾ, ਤੇ ਲਗਭਗ 99% ਲੋਕਾਂ ਨੇ ਕਹਿਣਾ ਗਲਤ ਪੜ੍ਹਿਆ, ਜਦ ਕਿ 100% ਸਹੀ ਹੈ। ਅਸੀਂ ਪੜ੍ਹ ਨਹੀਂ ਸਕਦੇ ਕਿਉਂਕਿ ਦੁਨੀਆ ਨੂੰ ਪਤਾ ਹੀ ਨਹੀਂ। ਸੁਣੋ, ਵਿਆਹ ਹੋਆ ਮੇਰੇ ਬਾਬਲਾ ਸ਼ਬਦ ਪੜ੍ਹੀ ਦਾ ਨਾ, ਇਹਨੂੰ ਸਾਰਾ ਅੱਜ ਪੜ੍ਹ ਕੇ ਦੇਖਣਾ। ਉਹਦੇ ਵਿੱਚ ਲਿਖਿਆ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਵੀ ਵਿਆਹ ਦੇ ਸ਼ਬਦ ਵਿੱਚ, ਲਾਵਾਂ ਦੇ ਵਿੱਚ ਜੇ ਕੋਈ ਇਹ ਕਿਉਂ ਨਹੀਂ ਕਹਿੰਦਾ ਵੀ ਮਰਨ ਵਾਲਾ ਅੱਖਰ ਕਿਉਂ ਵਰਤਿਆ? ਉੱਥੇ ਇਹ ਹੁੰਦਾ ਵੀ ਇਹ ਸ਼ਬਦ ਵਿਆਹ ਵਾਲਾ, ਪਰ ਉਹਨੂੰ ਸਾਰੇ ਨੂੰ ਜੇ ਪੜ੍ਹਿਆ ਜਾਵੇ ਉੱਥੇ ਮਰਨਾ ਵੀ ਲਿਖਿਆ। ਇਸ ਕਰਕੇ ਬਾਣੀ ਦਾ ਕੋਈ ਵੀ ਸ਼ਬਦ ਕਦੀ ਵੀ ਇਸ ਤਰ੍ਹਾਂ ਨਾ ਸਮਝਿਆ ਜਾਏ ਵੀ ਇਹ ਸ਼ਬਦ ਖਾਸ ਹੈ। ਇਹ ਖਾਸ ਨਹੀਂ, ਇਹ ਖਾਸ ਨਹੀਂ। ਔਰ ਅਸੀਂ ਕੁਝ ਸ਼ਬਦ ਜਿਹੜੇ ਉਹ ਖਾਸ ਸਮਝ ਕੇ ਪੜ੍ਹਦੇ ਹਾਂ, ਇਹਦਾ ਮਤਲਬ ਵੀ ਬਾਕੀ ਦੇ ਸ਼ਬਦ ਖਾਸ ਨਹੀਂ। ਇੱਕ ਹੋਰ ਵਿਚਾਰ ਰੱਖ ਦਿੰਦੇ ਹਾਂ, ਵਿਚਾਰ ਬੜਾ ਪਿਆਰਾ ਚੱਲ ਪਿਆ ਹੈ। ਅਸੀਂ ਕਹਿੰਦੇ ਹਾਂ ਵੀ ਸੁਖਮਣੀ ਸਾਹਿਬ ਜਿਹੜੀ ਹੈ ਸੁੱਖਾਂ ਦੀ ਮਣੀ ਹੈ, ਕਹਿ ਦਿੰਦੇ ਆ ਨਾ। ਤੇ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਸਾਰੀ ਹੀ ਸੁੱਖਾਂ ਦੀ ਮਣੀ ਹੈ। ਸੁਖਮਣੀ ਸਾਹਿਬ 'ਚੋਂ ਵੀ ਸੁੱਖ ਮਿਲਦੇ ਨੇ, ਆਸਾ ਦੀ ਵਾਰ ਤੋਂ ਵੀ ਸੁੱਖ ਮਿਲਦੇ ਨੇ, ਪੰਜ ਬਾਣੀਆਂ ਵਿੱਚੋਂ ਵੀ ਸੁੱਖ ਮਿਲਦੇ ਨੇ, 52 ਅੱਖਰੀ ਵਿੱਚੋਂ ਵੀ ਸੁੱਖ ਮਿਲਦੇ ਨੇ। ਆਸਾ ਦੀ ਵਾਰ ਜਿਹੜੀ ਬਾਣੀ ਹੈ ਨਾ, ਕੋਈ ਪੜ੍ਹ ਕੇ ਦੇਖੇ, ਜਿੰਨੇ ਕਰਮਕਾਂਡ, ਜਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਜੀਵਨ ਵਿੱਚ ਚੱਲਦੀਆਂ, ਉਹ ਸਾਰੀਆਂ ਆਸਾ ਦੀ ਵਾਰ ਵਿੱਚ ਹਨ। ਸੂਤਕ ਦੀ ਗੱਲ ਲੈ ਲਓ, ਔਰਤ ਦੀ ਬਰਾਬਰੀ ਦੀ ਗੱਲ ਲੈ ਲਓ, ਫਿੱਕਾ ਬੋਲਣ ਦੀ ਗੱਲ ਲੈ ਲਓ, ਨਿੰਦਿਆ ਦੀ ਗੱਲ ਲੈ ਲਓ, ਸਾਰੀ ਆਸਾ ਦੀ ਵਾਰ ਵਿੱਚ ਹੈ। ਇਸ ਕਰਕੇ ਆਸਾ ਦੀ ਵਾਰ ਜਿਹੜੀ ਹੈ ਇਹਦੀ ਪ੍ਰੇਰਨਾ ਘੱਟ ਦਿੱਤੀ ਜਾਂਦੀ ਹੈ, ਜਦ ਕਿ ਇਹ ਵੀ ਜ਼ਰੂਰੀ ਹੈ, ਨਿਤਨੇਮ ਦਾ ਅੰਗ ਹੈ। ਸਾਨੂੰ ਕਿਸੇ ਨੇ ਦੱਸਿਆ ਨਹੀਂ। ਧਿਆਨ ਦੇਣਾ, ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ, ਨਿਤਨੇਮ ਦੇ ਵਿੱਚ ਪੰਜ ਬਾਣੀਆਂ ਦੱਸਦੇ ਨੇ। ਧਿਆਨ ਦੇਣਾ, ਜਿਹੜੀਆਂ ਅਸੀਂ ਪੜ੍ਹਦੇ ਹਾਂ, ਆਸਾ ਦੀ ਵਾਰ ਵੀ ਦੱਸਦੇ ਨੇ। ਅਤੇ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਕਹਿੰਦੇ ਜਦੋਂ ਮਰਜ਼ੀ ਪੜ੍ਹ ਲਓ। ਪਰ ਜਿਹੜੀ ਨਿਤਨੇਮ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਇਤਿਹਾਸਿਕ ਸਥਾਨਾਂ ਦੇ ਵਿੱਚ ਆਸਾ ਦੀ ਵਾਰ, ਨਿਤਨੇਮ ਦੀਆਂ ਪੰਜ ਬਾਣੀਆਂ, ਕਥਾ, ਸ਼ਬਦ ਦੀ ਵਿਚਾਰ ਜਾਂ ਹੁਕਮਨਾਮੇ ਦੀ ਵਿਚਾਰ, ਇਹ ਜਿਹੜੀ ਹੈ ਨਿਤਨੇਮ ਦੇ ਵਿੱਚ ਅੰਮ੍ਰਿਤ ਵੇਲੇ ਜਾਂ ਸ਼ਾਮ ਦੇ ਨਿਤਨੇਮ ਵਿੱਚ ਰਹਿ ਰਾਸ ਜਾਂ ਸੋਹਿਲਾ ਸਾਹਿਬ ਦੀ ਬਾਣੀ ਆਉਂਦੀ ਹੈ। ਇਸ ਕਰਕੇ ਜਿੱਥੇ ਅਸੀਂ ਬਾਕੀ ਬਾਣੀਆਂ ਜ਼ੋਰ ਦੇ ਕੇ ਪੜ੍ਹਦੇ ਹਾਂ ਨਾ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਉੱਥੇ ਕਦੀ ਕਦੀ ਆਸਾ ਦੀ ਵਾਰ, ਆਸਾ ਦੀ ਵਾਰ ਪੜ੍ਹਨੀ ਚਾਹੀਦੀ ਹੈ। ਅਸੀਂ ਧਾਰਨਾ ਸੁਣਦੇ ਹੁੰਦੇ ਹਾਂ ਵੀ ਆਸਾ ਦੀ ਵਾਰ ਆਸਾਂ ਕਰੇ ਪੂਰੀਆਂ। ਮੇਰਾ ਸੁਭਾਅ ਹੈ ਸਿੱਧੀ ਗੱਲ ਕਰਨਾ। ਮੈਨੂੰ ਕੋਈ ਆ ਕੇ ਦੱਸ ਦੇ ਇੱਕ ਮਹੀਨੇ ਵਿੱਚ ਕਿੰਨੀ ਕੁ ਆਸਾ ਦੀ ਵਾਰ ਪੜ੍ਹੀ ਤੇ ਸੁਣੀ, ਰਾਈਟ ਜਾਂ ਰੋਂਗ, ਕਿੰਨੀ ਵਾਰ ਪੜ੍ਹੀ ਅਸੀਂ? ਇਹਦਾ ਮਤਲਬ ਜੇ ਆਸਾਂ ਪੂਰੀਆਂ ਕਰਦੀ ਤੇ ਸਾਨੂੰ ਪੜ੍ਹਨੀ ਚਾਹੀਦੀ ਹੈ। ਸੰਤਰਾ ਖਾਣ ਦੇ ਨਾਲ ਕਿਹੜਾ ਵਿਟਾਮਿਨ ਮਿਲਦਾ? ਅਸੀਂ ਉਸ ਕਰਕੇ ਸੰਤਰੇ ਦਾ ਜਾਂ ਮੌਸੰਮੀ ਦਾ ਜੂਸ ਪੀਂਦੇ ਹਾਂ। ਅਤੇ ਜੇ ਆਸਾ ਦੀ ਵਾਰ ਆਸਾਂ ਪੂਰੀਆਂ ਕਰਦੀ ਹੈ ਤੇ ਪੜ੍ਹਨਗੇ ਕੌਣ? ਰਾਗੀ ਸਿੰਘ ਜਾਂ ਗ੍ਰੰਥੀ ਸਿੰਘ? ਨਹੀਂ ਭਾਈ, ਬਾਬੇ ਨਾਨਕ ਦੀ ਬਾਣੀ ਇਹ ਸਾਰਿਆਂ ਦੇ ਲਈ ਹੈ। ਮਹਾਰਾਜ ਜੀ ਦੀ ਬਾਣੀ ਲਿਖਿਆ ਹੋਇਆ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ।
ਸੋ ਵਿਚਾਰ ਥੋੜ੍ਹੀ ਜਿਹੀ ਇੱਧਰ ਨੂੰ ਚੱਲ ਪਈ। ਅਸੀਂ ਇੱਥੇ ਟਿਕੇ ਹੋਏ ਹਾਂ ਵੀ ਇੰਨੇ ਸ਼ਬਦ, ਆ ਸ਼ਬਦ ਬਸ। ਮੈਂ ਵੀ ਜੇ ਇਹ ਸਮਝਾਂ ਵੀ 5 ਬਾਣੀਆਂ ਪੜ੍ਹ ਲਈਆਂ, ਬਾਕੀ ਪੜ੍ਹਨ ਦੀ ਜ਼ਰੂਰਤ ਨਹੀਂ, ਜ਼ਰੂਰਤ ਹੈ ਮੈਨੂੰ ਵੀ ਅਤੇ ਤੁਹਾਨੂੰ ਵੀ, ਸਾਰਿਆਂ ਨੂੰ। ਜਿੰਨਾ ਗੁਰੂ ਗ੍ਰੰਥ ਸਾਹਿਬ ਹੈ, ਤਾਂ ਹੀ ਆਮ ਕਰਕੇ ਜ਼ਿਆਦਾ ਸਹਿਜ ਪਾਠ ਜਿਹੜੀ ਹੈ, ਸਹਿਜ ਪਾਠ ਕਰਨ ਦੀ ਜਿਹੜੀ ਹੈ ਇਹ ਬੇਨਤੀ ਕੀਤੀ ਜਾਂਦੀ ਹੈ। ਸਹਿਜ ਪਾਠ ਦਾ ਮਤਲਬ ਹੈ ਵੀ ਸਾਰੇ ਸਾਰੀ ਬਾਣੀ ਨੂੰ ਪੜ੍ਹ ਲੈਣ, ਭਾਵੇਂ 1 ਮਹੀਨੇ 'ਚ, 6 ਮਹੀਨੇ ਵਿੱਚ, ਸਾਲ ਵਿੱਚ, ਲਗਭਗ ਸਾਲ ਵਿੱਚ ਤੇ ਪੜ੍ਹ ਲੈਣਾ ਚਾਹੀਦਾ, ਤਾਂ ਜੋ ਸਾਰੀ ਹੀ ਬਾਣੀ ਦੇ ਦਰਸ਼ਨ ਹੋ ਜਾਣ। ਸੋ ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਬਹੁਤ ਹੀ ਮਿੱਠੀ ਹੈ, ਬਹੁਤ ਹੀ ਪਿਆਰੀ ਹੈ। ਅਸੀਂ ਗੁਰਬਾਣੀ ਤੋਂ ਬਹੁਤ ਜ਼ਿਆਦਾ ਗਿਆਨ, ਸੁੱਖ, ਪ੍ਰਕਾਸ਼ ਅਤੇ ਖੁਸ਼ੀਆਂ ਲੈਣੀਆਂ ਹਨ। ਸੋ ਵਿਚਾਰ ਦੀ ਆਰੰਭਤਾ ਹੋਈ ਹੈ। ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਮੈਨੂੰ ਵਿਚਾਰ ਫਿਰ ਯਾਦ ਆ ਗਈ, ਜਿੱਦਾਂ ਸ਼ੁਰੂ ਮੈਂ ਕੀਤਾ ਨਾ, ਪਿੱਲਾ ਖੁਸ਼ੀਆਂ ਦਾ ਸ਼ਬਦ ਅਸੀਂ ਖੁਸ਼ੀ ਦੇ ਪ੍ਰੋਗਰਾਮ 'ਤੇ ਪੜ੍ਹਦੇ ਹਾਂ। ਕੋਈ ਭਾਈ ਸਾਹਿਬ ਪਾਠ ਕਰ ਰਿਹਾ ਸੀ, ਸ਼ਾਮ ਦਾ ਵੇਲਾ ਸੀ, ਅਤੇ ਉਹ ਪਾਠ ਕਰਦਾ ਪਿਆ ਅਤੇ ਉਹਨੇ ਜਿਹੜੀ ਲੈ ਅਤੇ ਹੇਕ ਲਾ ਦਿੱਤੀ, ਜਿਵੇਂ 9ਵੇਂ ਪਾਤਸ਼ਾਹ ਦੇ ਸ਼ਲੋਕ ਨਹੀਂ ਪੜ੍ਹੀ ਦੇ, ਉਸ ਤਰ੍ਹਾਂ। ਕੁਝ ਸੱਜਣ ਉਹਦੇ ਕੋਲ ਆ ਕੇ ਕਹਿੰਦੇ, ਤੂੰ ਤਾਂ ਭੋਗ ਦੀ ਬਾਣੀ ਪੜ੍ਹਨ ਲੱਗ ਪਿਆ। ਉਹ ਕਹਿੰਦਾ, ਨਹੀਂ, ਬਾਣੀ ਤਾਂ ਮੈਂ ਉਹੀ ਪੜ੍ਹਦਾ ਪਿਆ ਜਿਹੜੀ ਚੱਲ ਰਹੀ ਹੈ। ਨਹੀਂ ਨਹੀਂ, ਕਹਿੰਦੇ ਹੇਕਾਂ ਤਾਂ ਸਾਨੂੰ ਉੱਦਾਂ ਦੀਆਂ ਲੱਗੀਆਂ ਵੀ ਤੂੰ ਹੇਕ ਤੂੰ ਕੀ ਲੈਣਾ, ਤੂੰ ਤਾਂ ਬਾਣੀ ਸੁਣ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਗੁਣ ਗੋਬਿੰਦ ਗਾਇ ਨਹੀਂ, ਉਹ ਲੈ ਦੇ ਵਿੱਚ ਪੜ੍ਹਦੇ ਹਾਂ ਨਾ, ਪਤਾ ਲੱਗ ਜਾਂਦਾ ਵੀ ਭੋਗ ਸ਼ੁਰੂ ਹੋ ਗਿਆ, ਇਹ ਵਸਿਆ ਹੋਇਆ ਸਾਡੇ ਅੰਦਰ। ਅਤੇ ਜੇ ਉਹੀ ਪੰਕਤੀ ਨੂੰ ਅਸੀਂ ਜਾਂ ਦੂਸਰੀ ਨੂੰ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ 1000 ਜੇ, ਇਹ ਆ ਗਈ ਰਾਤ ਨੂੰ 2:30 ਵਜੇ, ਅਤੇ ਜੇ ਉਸੇ ਹੀ ਲੈ ਦੇ ਵਿੱਚ ਕਿਸੇ ਪਾਠੀ ਨੇ ਪੜ੍ਹ ਦਿੱਤੀ ਅਤੇ ਕਹਿਣ ਵਾਲੇ ਨੇ ਕਹਿਣਾ, ਲਓ ਜੀ ਇਹ ਤਾਂ ਖਰੇ ਭੋਗ ਸ਼ੁਰੂ ਹੋ ਗਿਆ। ਨਹੀਂ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਸਾਨੂੰ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਚਾਹੀਦਾ ਹੈ। ਗੁਰਬਾਣੀ ਜਿਹੜੀ ਹੈ ਸਮਝ ਆਉਣੀ ਚਾਹੀਦੀ ਹੈ। ਜੋ ਮੈਂ ਬੋਲ ਰਿਹਾ ਉਹ ਅੱਖਰ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ। ਸਾਡੇ ਬਹੁਤ ਪਿਆਰੇ ਨਗਰ ਵਿੱਚ ਗਿਆਨੀ ਗੁਰਮੁਖ ਸਿੰਘ ਹੁੰਦੇ ਸੀ, ਟਕਸਾਲੀ। ਉਹਨਾਂ ਦੇ ਕੋਲ ਹੀ ਦਾਸ ਨੇ ਥੋੜ੍ਹੀ ਬਹੁਤੀ ਸੰਥਿਆ ਲਈ ਹੈ, ਗਿਆਨੀ ਗੁਰਮੁਖ ਸਿੰਘ। ਉਹ ਰੁਕ ਰੁਕ ਕੇ ਪਾਠ ਜਿੱਦਾਂ ਨਾ ਕਰਦੇ ਹੁੰਦੇ ਸੀ, ਬਹੁਤ ਸੁੰਦਰ ਔਰ ਬਹੁਤ ਵਧੀਆ ਤਰੀਕੇ ਦੇ ਨਾਲ, ਗਿਆਨੀ ਗੁਰਮੁਖ ਸਿੰਘ। ਅਤੇ ਉਹ ਕਈਆਂ ਨੇ ਕਹਿਣਾ ਵੀ ਇਹ ਖਰੇ ਬਾਬਾ ਜੀ ਦੇ ਨਾਲ ਬਹਿਸ ਕਰਦੇ ਪਏ ਨੇ। ਉਹਨਾਂ ਨੇ ਇੱਕ ਪੰਕਤੀ ਪੜ੍ਹਨੀ ਅਤੇ ਰੁਕ ਜਾਣਾ, ਵਿਚਾਰਨਾ, ਕੱਲਾ ਕੱਲਾ ਅੱਖਰ ਜਿੱਥੇ ਵਿਸ਼ਰਾਮ ਆਉਂਦਾ ਉੱਥੇ ਰੁਕ ਜਾਣਾ। ਦੇਖਣ ਵਾਲੇ ਨੂੰ ਲੱਗਣਾ ਖਰੇ ਇਹ ਭੁੱਲ ਗਿਆ। ਅਤੇ ਜੇ ਅਸੀਂ ਇੱਦਾਂ ਪੜ੍ਹੀ ਜਾਈਏ ਸਿੱਧਾ ਵਿਦਆਊਟ ਬ੍ਰੇਕ, ਅਤੇ ਲਗਾ ਮਾਤਰਾ ਜਿਹੜੀਆਂ ਨੇ ਇਹ ਰਹਿ ਜਾਂਦੀਆਂ ਹਨ, ਅਤੇ ਇਸ ਕਰਕੇ ਉਹਦੇ ਵਿੱਚ ਗਲਤੀ ਹੋ ਜਾਂਦੀ ਹੈ। ਅਸੀਂ ਇਹ ਨਹੀਂ ਦੇਖਣਾ ਵੀ ਕਿਸੇ ਦੀ ਆਵਾਜ਼ ਕਿੰਨੀ ਮਿੱਠੀ ਹੈ, ਧਿਆਨ ਦੇਣਾ। ਅਸੀਂ ਕਹਿੰਦੇ ਵੀ ਉਹਦੀ ਆਵਾਜ਼ ਬੜੀ ਵਧੀਆ, ਠੀਕ ਹੈ ਜੀ, ਚੰਗੀ ਗੱਲ ਹੈ ਕਿਸੇ ਦੀ ਰੱਬੋਂ ਆਵਾਜ਼ ਵਧੀਆ ਹੋਵੇ, ਪਰ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਵੀ ਉਸ ਨੇ ਵਿਸ਼ਰਾਮ ਕਿੱਥੇ ਲਾਇਆ। ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ। ਆਹ ਸੁਣਿਓ ਇੱਕ ਲਾਈਨ, ਵਿਸ਼ਰਾਮ ਜੇ ਅੱਗੇ ਪਿੱਛੇ ਇੱਕ ਕੌਮਾ ਅੱਗੇ ਪਿੱਛੇ ਲੱਗ ਜਾਏ, ਹਾਂ ਦਾ ਉੱਤਰ ਨਾ ਦੇ ਵਿੱਚ, ਨਾ ਦਾ ਹਾਂ ਵਿੱਚ ਬਣ ਜਾਂਦਾ। ਇੱਕ ਲਫ਼ਜ਼ ਤੁਸੀਂ ਲਿਖਿਓ ਕਾਪੀ 'ਤੇ ਅੱਜ ਜਾ ਕੇ, ਪਕੜੋ ਮਤ ਜਾਣੇ ਦੋ। ਇਹਦਾ ਅਰਥ ਕੀ ਹੈ ਵੀ ਉਹਨੂੰ ਫੜ ਲਓ, ਜਾਣ ਨਹੀਂ ਦੇਣਾ। ਪਕੜੋ, ਫੜ ਲਓ, ਮਤ ਜਾਣੇ ਦੋ। ਪਕੜੋ ਤੇ ਕੌਮਾ ਲਾਤਾ, ਇਹਦਾ ਅਰਥ ਇਹ ਹੋ ਗਿਆ। ਹੁਣ ਲਾਓ ਕੌਮਾ, ਪਕੜੋ ਮਤ। ਪਹਿਲਾਂ ਤਾਂ ਕਿਹਾ ਸੀ ਨਾ, ਪਕੜੋ ਮਤ ਜਾਣੇ ਦੋ, ਫੜ ਲਓ, ਜਾਣ ਨਹੀਂ ਦੇਣਾ। ਅਤੇ ਹੁਣ ਲਾ ਦਿਓ ਕੌਮਾ, ਪਕੜੋ ਮਤ ਜਾਣੇ ਦੋ। ਅਤੇ ਜੇ ਵਿਸ਼ਰਾਮ ਲੱਗ ਗਿਆ, ਮਤ 'ਤੇ ਆ ਕੇ ਪਕੜੋ ਮਤ 'ਤੇ, ਇਹ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ। ਇੱਕ ਤਾਂ ਅਰਥ ਆਇਆ ਸੀ ਇਹਨੂੰ ਫੜ ਲਓ, ਜਾਣ ਨਹੀਂ ਦੇਣਾ, ਅਤੇ ਜਦੋਂ ਵਿਸ਼ਰਾਮ ਅੱਗੇ ਆ ਗਿਆ ਫਿਰ ਇਹਦਾ ਅਰਥ ਆ ਗਿਆ ਇਹਨੂੰ ਜਾਣ ਦਿਓ, ਫੜਿਓ ਨਾ। ਇੰਨਾ ਫਰਕ ਹੈ ਬਾਣੀ ਪੜ੍ਹਨ ਦਾ।
ਬਾਣੀ ਦੇ ਵਿਸਰਾਮ ਦਾ। ਸਾਡੇ ਕੋਲੋਂ ਵੀ ਕਈ ਵਾਰ ਗਲਤ ਲੱਗ ਜਾਂਦਾ ਤੇ ਫਿਰ ਉਸ ਨੂੰ ਦੇਖੀਦਾ ਮੁੜ ਕੇ, ਔਰ ਮਾफ़ੀ ਵੀ ਮੰਗੀ ਦੀ ਹੈ, ਮਾफ़ੀ ਵੀ ਮੰਗੀ ਦੀ ਹੈ ਵੀ ਇਹ ਗਲਤ ਨਹੀਂ ਹੋਣਾ ਚਾਹੀਦਾ। ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਮੈਂ ਵੀ ਬਾਣੀ ਪੜ੍ਹਦਾ, ਤੁਸੀਂ ਮੇਰੀ ਵੀ ਨੋਟ ਕਰਿਆ ਕਰੋ। ਮੈਂ ਖਾਸ ਕਰਕੇ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ, ਜਦੋਂ ਤੁਸੀਂ ਕੀਰਤਨ ਕਰਦੀਆਂ ਹੁੰਦੀਆਂ ਉਦੋਂ ਜ਼ਰੂਰ ਦੇਖਿਆ ਕਰੋ ਵੀ ਕਿੱਥੇ ਪੰਕਤੀਆਂ ਇੱਕ ਗੁਸਤਾਖੀ ਮਾਫ਼। ਫਿਰ ਮੇਰੀ ਗੱਲ ਉਹੀ ਹੈ, ਮੈਂ ਮੂੰਹ 'ਤੇ ਕਹਿ ਦੇਣਾ ਹੁੰਦਾ, ਬਹੁਤ ਵਿੱਚੋਂ ਗਲਤੀਆਂ ਹੋ ਜਾਂਦੀਆਂ ਹਨ। ਜੇ ਮੈਂ ਕਹਾਂਗਾ ਤੁਸੀਂ ਗੁੱਸਾ ਨਾ ਕਰਿਓ, ਤੁਸੀਂ ਦੇਖ ਲਿਓ ਧਿਆਨ ਨਾਲ, ਕਈ ਪੰਕਤੀਆਂ ਬਹੁਤ ਗਲਤ ਪੜ੍ਹੀਆਂ ਜਾਂਦੀਆਂ ਹਨ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜਾ ਸ਼ਬਦ ਕਿਸੇ ਨੇ ਪੜ੍ਹਨਾ ਉਹਨੂੰ ਥੋੜ੍ਹਾ ਜਿਹਾ ਪਹਿਲਾਂ ਪੜ੍ਹ ਲਿਆ ਜਾਵੇ, ਕਿਉਂਕਿ ਸਾਡੇ ਪਾਸ ਮੋਬਾਈਲ ਹੈ, ਕਿਉਂਕਿ ਸਾਡੇ ਸੰਥਿਆ ਦਾ ਰਿਵਾਜ ਇੱਥੇ ਨਹੀਂ ਚੱਲਿਆ। ਗੁਸਤਾਖੀ ਮਾਫ਼, ਇੱਥੇ ਸੰਥਿਆ ਦਾ ਰਿਵਾਜ ਨਹੀਂ ਚੱਲਿਆ ਸਾਡੇ ਨਗਰ ਮਿਆਣੀ ਦੇ ਵਿੱਚ। ਇਹ ਵੀ ਕਿਸੇ ਨੇ ਹੁਣ ਗੁੱਸਾ ਕਰਨਾ, ਕਿਉਂਕਿ ਨਾ ਪੜ੍ਹਨ ਵਾਲੇ ਅਤੇ ਨਾ ਪੜ੍ਹਾਉਣ ਵਾਲੇ ਹੈ ਹੀ ਨਹੀਂ ਸੰਥਿਆ, ਨਾ ਕੋਈ ਲੈਣ ਨੂੰ ਤਿਆਰ ਹੈ। ਜੇ ਅਸੀਂ ਜਪਜੀ ਸਾਹਿਬ, ਆਸਾ ਦੀ ਵਾਰ ਜਾਂ ਸੁਖਮਨੀ ਸਾਹਿਬ ਦੀ ਵੀ ਸੰਥਿਆ ਕਰ ਲਈ ਹੁੰਦੀ ਤੇ ਸਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗ ਜਾਣਾ ਸੀ, ਬਹੁਤ ਚੀਜ਼ਾਂ ਦਾ ਪਤਾ ਲੱਗ ਜਾਣਾ ਸੀ। ਪਰ ਸੰਥਿਆ ਨਾ ਹੋਣ ਕਰਕੇ ਬਾਣੀ ਦੇ ਵਿੱਚ ਬਹੁਤ ਫਰਕ ਹੈ ਭਾਈ, ਬਹੁਤ ਫਰਕ ਹੈ। ਕਿਤੇ ਵਿਚਾਰ ਕਰਕੇ ਦੇਖਣਾ। ਇਸ ਕਰਕੇ ਜਿਹੜਾ ਵੀ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਜਿਹੜਾ ਮੈਂ ਸ਼ਬਦ ਤੁਹਾਡੇ ਨਾਲ ਪੜ੍ਹਨਾ ਹੁੰਦਾ ਨਾ, ਮੈਂ ਇੱਕ ਵਾਰੀ ਪੜ੍ਹਦਾ ਜ਼ਰੂਰ ਹਾਂ, ਐਵੇਂ ਤੁਹਾਡੇ ਅੱਗੇ ਨਹੀਂ ਬੈਠ ਜਾਂਦਾ। ਜਿਹੜੇ ਸ਼ਬਦ ਦੀ ਮੈਂ ਵਿਚਾਰ ਕਰਦਾ ਪਹਿਲਾਂ ਉਹਨੂੰ ਮੈਂ ਪੜ੍ਹਦਾ, ਫਿਰ ਉਹਦਾ ਅਰਥ ਵੀ ਪੜ੍ਹਦਾ ਵੀ ਇਹਦੇ ਨਾਲ ਹੋਰ ਕਿਹੜੀਆਂ ਪੰਕਤੀਆਂ ਲੱਗ ਜਾਣੀਆਂ ਜਾਂ ਹੋਰ ਕਥਾ ਕਿਹੜੀ ਇਹਦੇ ਨਾਲ ਜਿਹੜੀ ਮੈਚ ਕਰਦੀ, ਤਾਂ ਜੋ ਕੱਲ੍ਹ ਨੂੰ ਕੋਈ ਕੁਝ ਕਹਿ ਨਾ ਸਕੇ। ਇਸ ਕਰਕੇ ਜਿੰਨੀ ਵੀ ਅਸੀਂ ਬਾਣੀ ਪੜ੍ਹਨੀ, ਜਿਹੜਾ ਸ਼ਬਦ ਪੜ੍ਹਨਾ ਹੈ ਗੁਰੂ ਦੀ ਹਜ਼ੂਰੀ ਵਿੱਚ, ਉਹਨੂੰ ਇੱਕ ਵਾਰੀ ਸਾਨੂੰ ਪਹਿਲਾਂ ਜ਼ਰੂਰ ਪੜ੍ਹ ਲੈਣਾ ਚਾਹੀਦਾ ਅਤੇ ਫਿਰ ਉਹ ਸ਼ਬਦ ਬਹੁਤ ਪਿਆਰਾ ਪੜ੍ਹਿਆ ਜਾਂਦਾ। ਸੋ ਬਾਣੀ ਜਿਹੜੀ ਹੈ ਇਹ ਵਿਚਾਰ ਕੇ, ਬਾਣੀ ਨੂੰ ਬਹੁਤ ਹੀ ਸਤਿਕਾਰ ਕੇ ਸਾਨੂੰ ਸਾਰਿਆਂ ਨੂੰ ਹੀ ਪੜ੍ਹਨਾ ਚਾਹੀਦਾ ਹੈ, ਸਾਰਿਆਂ ਨੂੰ। ਅਤੇ ਫਿਰ ਬਾਣੀ ਸਾਨੂੰ ਇੰਨਾ ਜ਼ਿਆਦਾ ਸਕੂਨ, ਸੁੱਖ ਅਤੇ ਅਸਰ ਦਿੰਦੀ ਹੈ, ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਸ਼ਬਦਾਂ ਦੇ ਵਿੱਚ ਨਹੀਂ ਦੱਸ ਸਕਦੇ ਵੀ ਸਾਨੂੰ ਗੁਰਬਾਣੀ ਕਿੰਨਾ ਕੁ ਅਸਰ ਆਪਣਾ ਦਿੰਦੀ ਹੈ, ਕਿੰਨੀ ਕੁ ਖੁਸ਼ੀ ਦਿੰਦੀ ਹੈ, ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ। ਸੋ ਇਸ ਕਰਕੇ ਗੁਰਬਾਣੀ ਜਿਹੜੀ ਆ ਇੱਕ ਬਹੁਤ ਵੱਡੀ ਇੱਕ ਉਹ ਵਸਤੂ ਹੈ ਜਿਹੜੀ ਮੁਕਤੀ ਕਰਨ ਵਾਲੀ ਹੈ, ਜੁਗਤ ਦੇਣ ਵਾਲੀ ਹੈ, ਜਿਹੜੀ ਸਾਨੂੰ ਸਦਾ ਹੀ ਖੁਸ਼ੀ ਦੇਣ ਵਾਲੀ ਹੈ। ਸੋ ਇਸ ਕਰਕੇ ਬਾਣੀ ਦੀ ਪੰਕਤੀ ਆਰੰਭ ਕੀਤੀ ਸੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਜੇ ਮਹਾਰਾਜ ਜੀ ਦੀ ਨਜ਼ਰ ਹੋ ਗਈ, ਥੋੜ੍ਹਾ ਜਿਹਾ ਵੀ ਨਾਮ ਸਾਨੂੰ ਮਿਲ ਗਿਆ ਅਤੇ ਸਾਡਾ ਜੀਵਨ ਜਿਹੜਾ ਉਹ ਸਵਰ ਜਾਣਾ ਹੈ। ਬਹੁਤ ਪਿਆਰਾ ਅੱਜ ਦਾ ਸ਼ਬਦ ਜਿਹੜਾ ਹੈ ਮਹਾਰਾਜ ਜੀ ਨੇ ਸਾਨੂੰ ਸਰਵਣ ਕਰਵਾਇਆ, ਅਤੇ ਔਰਤ ਦੇ ਰੂਪ ਦੇ ਵਿੱਚ ਹੀ, ਅੱਜ ਇਸਤਰੀ ਦੇ ਰੂਪ ਦੇ ਵਿੱਚ ਹੀ ਸਾਰਾ ਸੰਬੋਧਨ ਹੈ। ਜਾਂ ਪ੍ਰਭ ਕੀ ਹੋ ਚੇਰੁਲੀ, ਚੇਰੁਲੀ ਦਾ ਮਤਲਬ ਨਿਮਾਣੀ ਜਹੀ ਦਾਸੀ। ਹੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ, ਇਹ ਮੇਰੇ ਮਾਲਕ, ਮੈਂ ਇੱਕ ਨਾ ਨਿਮਾਣੀ ਜਿਹੀ, ਇੱਕ ਚੇਰਲੀ, ਇੱਕ ਛੋਟੀ ਜਿਹੀ ਤੇਰੇ ਘਰ ਦੀ ਦਾਸੀ ਹਾਂ। ਜਾਂ ਪ੍ਰਭ ਕੀ ਹੋਂ ਚੇਰੁਲੀ, ਸੋ ਸਭ ਤੇ ਉੱਚਾ ਮੇਰਾ ਤੂੰ ਮਾਲਕ ਹੈ, ਤੂੰ ਸਭ ਤੋਂ ਸੁੱਚਾ ਅਤੇ ਸਭ ਤੋਂ ਉੱਚਾ ਅਤੇ ਸਭ ਤੋਂ ਵੱਡਾ, ਅਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ, ਮੈਂ ਤੇਰੀ ਦਾਸੀ ਹਾਂ। ਜਾਂ ਪ੍ਰਭ ਕੀ ਹੋਂ ਚੇਰਲੀ, ਸੋ ਸਭ ਤੇ ਉੱਚਾ, ਮੈਂ ਉਸ ਦੀ ਦਾਸੀ ਹਾਂ ਜਿਹੜਾ ਸਭਨਾਂ ਤੋਂ ਉੱਚਾ, ਜਿਹੜਾ ਸਭਨਾਂ ਤੋਂ ਵੱਡਾ। ਕਿੰਨੀ ਪਿਆਰੀ ਗੱਲ ਹੈ, ਕਿੰਨੀ ਵੱਡੀ ਗੱਲ ਹੈ ਵੀ ਅਸੀਂ ਉਸ ਦੇ ਦਾਸ ਹਾਂ ਜੋ ਸਭ ਤੋਂ ਵੱਡਾ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਜੋ ਸਭ ਤੋਂ ਵੱਡਾ, ਮੈਂ ਤੇਰੀ ਦਾਸੀ ਹਾਂ। ਇਸ ਕਰਕੇ ਮੈਂ ਭਾਗਾਂ ਵਾਲੀ ਹਾਂ, ਮੈਂ ਤੇਰੇ ਚਰਨਾਂ ਦੀ ਦਾਸੀ ਹਾਂ। ਸਭ ਕੁਛ ਤਾਕਾ ਕਾਂਢੀ ਹੈ, ਥੋੜਾ ਅਰ ਮੁੱਚਾ। ਮੇਰੇ ਪਾਸ ਨਿੱਕੀ ਤੋਂ ਨਿੱਕੀ ਚੀਜ਼, ਮੇਰੇ ਕੋਲ ਵੱਡੀ ਤੋਂ ਵੱਡੀ ਚੀਜ਼,
हे मालिक ये सब तेरी ही बख्शी हुई है, इसनों मैं तेरी ही दात मनदी हाँ। मैं ना ही प्रभ सब किश तेरा, ईगै निर्गुण उगै सरगुण, केल करत विच स्वामी मेरा। मालिक जी जो कुछ भी मेरे पास है, छोटा है वड्डा है, थोड़ा है बहुता है, ये सारा तेरा ही दिता होया है, ये सब कुछ तेरा ही दिता होया है। जी प्राण मेरा धनो साहिब की मनिया, मेरी जिंद मेरे प्राण मेरा धन पदार्थ, ये सब कुछ मैं जी प्राण मेरा धनो, मेरा जी जिंद मेरे प्राण साह ते मेरा धन जो कुछ भी मेरे को वरतन लई हैगा, ये महाराज जी सब साहिब की मनियाँ, मनियाँ का मतलब मनदी हाँ, मैं सब कुछ तेरा दिता ही मनदी हाँ, मैं सब कुछ तेरा दिता ही खांदी हाँ। जिवें असीं साखी वो पढ़ते हुन्ने ना भी राजे दे बेटियां सी, 6 बेटियां सी ते उन्हां दे विच सब तो सी छोटी रजनी। ये कथा हुंदी है, कई इस नूं मनदे ने कई नहीं मनदे। असीं एक लॉजिक ते एक प्रमाण ते दलील दे तौर ते वरत सकदे हां। जो शब्द आया उहदे मुताबक, तू मेरा मालक, तू मेरा दाता, मेरा तन मेरा धन, मेरा चंगा मेरा मंदा, मेरे को थोड़ा मेरे को बहुता, ये सब कुछ मेरा सुख मेरा दुख, मेरी तंदुरुस्ती मेरी अरोगता, ये जां सब कुछ ये तेरा ही दिता होया, मालक का दिता होया। जिवें रजनी सी, उहदे पिता ने ये अनाउंसमेंट कर दित्ती सी, गुस्से विच आके उहदे घर पुत्तर नहीं होया। वो कहंदा अज तू मैं नास्तिक हाँ, मैं रब नहीं मनदा, अज तो मैनू मनो। सारे कहो भी राजा तेरा दिता खाने आ। सारी प्रजा कहंदी राजा तेरा दिता खाने आ। जो शब्द आया उहदे नाल प्रमाण लग गया भी जां प्रभ की हों चेरली, मैं तेरी दासी किद्दां हाँ, किद्दां मेरा सब कुछ तेरा। तो वह राजा जिहड़ा सी अपनियां धीआं नूं भी पुछदा, उन्हां नूं कहंदा भी तुसीं मैं तुहानूं पाल रिहा, मैं तुहाडी परवरिश कर रिहा, तो तुसीं ये कहो भी साडा बाप सानू पाल रहा है, साडा पिता सानू पाल रहा है, साडा दाता साडा प्यो है। तो उन्हां दे विचों एक रजनी नूं छड्ड के कहंदे बाकियां ने सारियां ने कह दिता पिता तेरा ही दिता असीं खांदियां हां, तू ना होवें ते असीं कित्थे जावांगीआं। पर जिहड़ी उहदी छोटी धी सी वो परमात्मा दे नाल जुड़ी हुई सी, ते उस दे मूँह दे विचों ये शब्द निकले ही नहीं भी मैं तेरा दिता खानी। भावें उसका पिता सी, वो कहंदी है पिता जी मालक तुहानूं दे रहा है, उहदे विचों सानू मिल रहा है। जिस दा दिता खावना तिस गई ऐसा वास, नानक हुक्म ना चली नाल खसम चले अरदास। सो देखो ये हुण सानू भी नसीहत है, सानू भी सिक्ख्या। असीं भी कदे ना अपने परिवार विच किधरे बाहर कह दईए भी साडा दिता तू खा रहे हैं। इसे प्रमाण दे विचों सानू सिक्ख्या मिलदी है, क्योंकि दुनिया दे विच जिन्ने भी लोग ने सारे ही उस दाते दे भिखारी ने। हम भीखक भिखारी तेरे तू निजपत है दाता। दाता केवल इको ही है, सबना जियां का एक दाता, सो मैं विसर ना जाई। इस करके उस दा दिता ही सारे खांदे ने। ते ये रजनी कहंदी मैं ते उस मालक परमात्मा दा पिता दिता खानी हाँ, मैं तेरी शुक्रगुजार जरूर हाँ, धन्नवाद करदी हाँ। पर जे दाते की गल होवे ना, दाता तो फिर इको ही है, मैं उसका खानी। वो पहला ही बहुत दुखी सी पुत्र ना होने करके घर दे विच, ते उसने फिर उसनूं सज़ा देण दे लई, देखो अपने वल्लों उन्हें सज़ा दी, पर उहदा नाम इतिहास दे विच सुनहरी अखरां दे विच लिखिया गया। वो अपने वालों सज़ा दे रहा राजा अपनी धी नूं, और कहंदा बई इसनूं लूले लंगड़े पिंगले नूं कोई लभ के लियाओ, उहदे नाल इहदी शादी विआह करांगे, फिर देखते हैं भी इहदा जिहड़ा दादा है किद्दां इहनूं रोटी दिंदा है।
जी प्राण मेरा धनो साहिब की मणियाँ, नाम तिसै के उजली तिस दासी गणियाँ। मैं तेरी दासी हाँ, अपने आप नूं तेरी दासी मनदी हाँ, ते दासां दी लाज मालक आप रखदा है। जो दासन दास बन जाता है, नानक दास बन जाता है, तो गुरु भी कहते भी मैं ओहदा दास बन जाना। गुरु साहब जी इंज कहते ने, वो जे मेरा कोई दास बनता है तो मैं भी ओहदा दास बनने नूं तैयार हाँ। क्यों? इतिहास गवाह है। जिन्नियां साडियां पातशाहियां 10 पातशाहियां होईयां हन, पहला दास बनते रहे सेवा करने वाले, फिर अग्यों वो गुरगद्दी ते बैठ गए तो उन्होंने मत्था टेकिया गया। सो गुरु साहब जी महाराज जी की पंक्ति के मुताबिक कहते उस रजनी दे विआह जां शादी जिहड़ी है वो एक पिंगले दे नाल कर दी गई। उस दे नाल कर दी गई जिहड़ा मोहताज है, जिहड़ा अपनी क्रिया भी नहीं कर सकता, उन्हें रोटी की कमानी है, उसनों घरों बाहर कढ़ दिता। देखो इत्थे पंक्ति ये ढुक जाती है पूरी, जागो मुश्किल अत बने ढोई कोई ना दे, लागू होए दुश्मना साग पी भज खले, सबो भजे आसरा चुके सब सराओ, चित्ते आवे इस पार ब्रह्म दा लगे न तती वाह। ਜਦੋਂ सत्संग जी बेबसी हो जाती है ना, बाणी विच ठीक लिखिया, जे सानू साडे गुस्ताखी माफ मैं उदाहरण नाल पक्की देवांगा, जे सानू साडा समाज जां साडा परिवार झेलदा पिया ना, झेलदा पिया अजे असी बेबस नहीं, असी पूरे मोहताज नहीं। रब ना करे, मैं अखीं देखिया, मैं किसी की गल नहीं करता, मैं अपने रिलेटिव रिश्तेदार की गल करदा है, उसनूं पिंगल वाड़े छड़ना पिया। कोई गुस्सा करता मेरा रिश्तेदार करी जाए, सच नूं कोई गल थोड़ो, उन्होंने पिंगल वाड़े क्यों छड़ना पिया? इहदा मतलब बेबसी, हद्दां पार, हथ कड़े खड़े। ते गुरबाणी की पंक्ति इत्थे लग गई, लागू होए दुश्मना साक पी भज खले। अजे तक असी इन्ने मजबूर नहीं, ना रब मजबूर करे। ताई बाबा फरीद जी ने पंक्ति उच्चारण कर दी सी, फरीदा बार पराइए वैसना। बार का मतलब मालवे वाले कहते हैं बार दरवाजे नूं, मैनू किसी के बार ते, मैनू किसी के दर ते मंगन ना देन जाई, रुखी सुखी खा के मैं गुजारा करी जावां, रोटी पचदी रहे, शरीर तंदुरुस्त रहे, किसी का मोहताज ना होवां। क्योंकि लोग अरदासां कराउंदे ने, भाई साहब जी जां ये सही हो जाए जां चला जाए, है या नहीं, राइट या रॉन्ग। लागू होए दुश्मना साग भी भज खले। धी किस नूं नहीं प्यारी हुंदी, पर प्यो राजा अपनी धी नूं बाहर कढ़दा पिया। क्यों? क्योंकि वो सच्ची गल कहंदी है। झूठ बोलो लोकी तुहाडी सिफत करनगे, तुहाडे एक नहीं 50 सज्जन हो जाणगे, घर जगह नहीं बचेगी बैठन नूं, इन्ने लोग जुड़ जाणगे। सच बोल के देखो कल्ले रह जाओगे, ध्यान देना। पर जिहड़ा सच बोलदा है उहदे नाल गुरु हो जांदा है, जिहड़ा झूठ बोलदा है जां पड़दा रखदा है ते जिहड़े अज भीड़ उहदे नाल तुरी है ना, भीड़ छड़ जांदी है कल्ले नूं। लेखा रब मंगे सिया तू आहो केरे कम, जदों लेखा मंगदा कोई नहीं नाल तुरदा, कोई नहीं नाल तुरदा, कोई नहीं नाल तुरदा। इस करके महाराज जी की बाणी के मुताबिक उस बेटी नूं घरों भी बाहर कढ़ दिता गया, उसकी शादी एक पिंगले नाल कर दी गई। पर वह मालक की रज़ा दे विच राजी है, उसने इहदा भी बुरा नहीं मनाया। दुख विच सुख मनाई वाली बिरती भावना उहदे अंदर है, वो ना शिकवा करदी है ना गिला करदी है। ते उसनूं पा के रेहड़ी कह लीए, भंगूड़ा कह लीए, ਉਹਦੇ ਵਿੱਚ पा के ते रस्सी अपने मोढियां दे नाल पकड़ के फसा के ते उसनों पिंड पिंड जाके ਉਹ मदद भी मंगदी है। जो उसनों कोई खाण पीण नूं कोई दे दिंदा ਉਹਨੂੰ मिल जांदा ते ਉਹ रब दा शुक्र करदी है। पर ਉਹ ऐसी पति वर्ता उस पिंगले नूं छड्डदी नहीं। इत्थे होर बड़ी प्यारी विचार आ जानी, पर समा हो गया।
ਇਹ ਨਹੀਂ ਵੀ ਦੁੱਖ ਆ ਜਾਵੇ ਤੇ ਛੱਡ ਦਿੱਤਾ ਜਾਏ, ਕਲੇਸ਼ ਹੋ ਜਾਏ ਵੀ ਜਾ ਤੂੰ ਕੌਣ ਤੇ ਮੈਂ ਕੌਣ। ਇਹਨੂੰ ਫਿਰ ਪਿਆਰ ਨਹੀਂ ਕਹਿੰਦੇ, ਇਹਨੂੰ ਪਿਆਰ ਨਹੀਂ ਕਹਿੰਦੇ। ਜਿਹੜਾ ਪਿਆਰ ਕਰਦਾ ਨਾ, ਜਿਹੜਾ ਇੱਕ ਹਸਬੈਂਡ ਵਾਈਫ ਹੁੰਦਾ ਹੈ ਨਾ, ਉਸ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੇ ਵੀ ਉਤਰਾਅ ਚੜ੍ਹਾਅ ਆ ਜਾਣ, ਦੋਨਾਂ ਦੇ ਵਿੱਚੋਂ ਕੋਈ ਵੀ ਸਰੀਰਕ ਪੱਖੋਂ ਵੀਕ ਹੋ ਸਕਦਾ, ਤੰਗ ਹੋ ਸਕਦਾ। ਇਹਦੇ ਵਿੱਚ ਇਹ ਨਹੀਂ ਵੀ ਦੂਜਾ ਸਾਥ ਨਾ ਦੇਵੇ, ਨਹੀਂ ਤੇ ਮਹਾਰਾਜ ਦੇ ਅੱਗੇ ਜਿਹੜੀਆਂ 4 ਲਾਵਾਂ ਲਈਆਂ ਜਾਂ ਕਿਸੇ ਨੇ 7 ਫੇਰੇ ਲਏ ਅਗਨੀ ਦੇ ਵਿੱਚ, ਤੇ ਉਹ ਆਪਣੇ ਮਾਲਕ ਦੇ ਦਰ 'ਤੇ ਕਬੂਲ ਨਹੀਂ ਹੋਏਗਾ। ਸੁੱਖ ਹੋਵੇ ਦੁੱਖ ਹੋਵੇ, ਇਹ ਗ੍ਰਸਤੀ ਨੂੰ ਹੁਕਮ ਹੈ ਕਿ ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਇਹ ਜ਼ਿੰਦਗੀ ਦੇ ਅੰਗ ਨੇ, ਕਿਹਨੂੰ ਨਹੀਂ ਆਉਂਦਾ। ਸੁੱਖ ਵੀ ਆਉਣੇ ਨੇ, ਦੁੱਖ ਵੀ ਆਉਣੇ ਨੇ, ਪਰ ਦੋਨਾਂ ਨੇ ਪਰਸਪਰ ਪ੍ਰੇਮ ਦੀ ਭਾਵਨਾ ਬਿਲਕੁਲ ਬਰਕਰਾਰ ਰੱਖਣੀ ਹੈ, ਸਾਨੂੰ ਹੁਕਮ ਹੈ। ਸੋ ਇਹ ਬੀਬੀ ਜਿਹੜੀ ਹੈ ਆਪਣੇ ਪਤੀ ਦਾ ਸਾਥ ਨਹੀਂ ਛੱਡਦੀ ਪਈ, ਚਾਹੇ ਜੈਸਾ ਮਰਜ਼ੀ। ਖੈਰ ਉਹ ਉਸ ਜਗ੍ਹਾ 'ਤੇ ਜਿਵੇਂ ਲਿਖਿਆ ਹੋਇਆ ਇਤਿਹਾਸ ਵਿੱਚ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕੁਝ ਇਸ ਇਤਿਹਾਸ ਨੂੰ ਨਹੀਂ ਮੰਨਦੇ, ਕੁਝ ਮੰਨਦੇ ਨੇ, ਕਿਉਂਕਿ ਜੋ ਆਪਾਂ ਦੇਖਿਆ ਹੋਇਆ, ਇਹਦੀਆਂ ਫੋਟੋਆਂ ਵੀ ਦੇਖੀਆਂ ਹੋਈਆਂ, ਸ੍ਰੀ ਦਰਬਾਰ ਸਾਹਿਬ ਲੱਗੀਆਂ ਹੋਈਆਂ। ਸੋ ਉਹਦੇ ਮੁਤਾਬਕ ਜੋ ਆਪਣੇ ਕੋਲ ਬਹੁਤ ਪੁਰਾਣੀਆਂ ਇਤਿਹਾਸ ਦੀਆਂ ਕਿਤਾਬਾਂ ਪਈਆਂ, ਉਹਦੇ 'ਚ ਸਾਰਿਆਂ ਵਿੱਚ ਸਾਖੀਆਂ ਨੇ, ਬਹੁਤ ਵਿਦਵਾਨਾਂ ਨੇ ਵੀ ਸੁਣਾਈਆਂ। ਜੇ ਨਹੀਂ ਕਿਸੇ ਨੂੰ ਇਹ ਠੀਕ ਲੱਗਦੀ, ਐਜ਼ ਏ ਲੌਜਿਕ, ਇੱਕ ਦਲੀਲ ਦੇ ਤੌਰ 'ਤੇ, ਇੱਕ ਪ੍ਰਮਾਣ ਦੇ ਤੌਰ 'ਤੇ ਵੀ ਅਸੀਂ ਲੈ ਸਕਦੇ ਹਾਂ, ਕੋਈ ਬਹਿਸ ਵਿੱਚ ਨਾ ਪਵੇ। ਸੋ ਉਸ ਜਗ੍ਹਾ 'ਤੇ ਉਹ ਪਹੁੰਚਦੀ ਹੈ, ਕਾਗੋ ਹੰਸ ਕਰੇ, ਜਿੱਥੇ ਮਤਲਬ ਮਨ ਮੁਖਾਂ ਨੂੰ ਗੁਰਮੁਖ ਬਣਾਇਆ ਜਾਂਦਾ ਹੈ। ਉਸ ਜਗ੍ਹਾ 'ਤੇ ਜਿਹੜਾ ਬਹੁਤ ਵੱਡਾ ਅਸਥਾਨ ਹੈ, ਪੁਰਾਤਨ ਤਪ ਅਸਥਾਨ ਕਹਿ ਦਈਏ, ਬੰਦਗੀ ਵਾਲਾ ਕਹਿ ਦਈਏ, ਨਾਮ ਅਭਿਆਸ ਵਾਲਾ ਕਹਿ ਦਈਏ, ਜਿਹਨੂੰ ਅੱਜ ਅਸੀਂ ਹਰਿਮੰਦਰ ਸਾਹਿਬ ਬੋਲਦੇ ਹਾਂ। ਉਸ ਜਗ੍ਹਾ 'ਤੇ ਬਹਿ ਜਾਂਦੀ ਹੈ ਅਤੇ ਆਪਣੇ ਪਤੀ ਨੂੰ ਉਸ ਜਗ੍ਹਾ 'ਤੇ ਬਿਠਾ ਕੇ, ਜਿੱਥੇ ਇੱਕ ਤਲਾਬ ਜਿਹਾ ਕਹਿ ਲਈਏ, ਛੋਟਾ ਜਿਹਾ ਛੱਪੜੀ ਕਹਿ ਲਈਏ, ਛੋਟੀ ਜਿਹੀ, ਉੱਥੇ ਛੱਡ ਕੇ ਅਤੇ ਨਗਰ ਦੇ ਵਿੱਚ ਉਹਦੇ ਖਾਣ ਦਾ ਪ੍ਰਬੰਧ ਕਰਨ ਲਈ ਚਲੀ ਜਾਂਦੀ ਹੈ। ਅਤੇ ਉਹ ਉਸ ਦਾ ਪਿੰਗਲਾ ਪਤੀ ਜਦ ਵੇਖਦਾ ਵੀ ਉਸ ਤਲਾਬ ਦੇ ਵਿੱਚ ਚੁੱਭੀ ਲਾਉਣ ਵਾਲੇ ਪੰਛੀ ਜਿਹੜੇ ਨੇ, ਇੱਥੇ ਮੈਂ ਇਹ ਨਹੀਂ ਕਹਿ ਸਕਦਾ ਵੀ ਕਾਲੇ ਵਾਲੇ ਚਿੱਟੇ ਹੋ ਗਏ, ਮਤਲਬ ਹੋ ਸਕਦਾ ਵੀ ਉਹ ਜਿਹੜੇ ਨੇ ਕੋਈ ਸਹੀ ਨਾ ਹੋਵੇ, ਤੰਦਰੁਸਤ ਨਾ ਹੋਵੇ, ਉਹਦੇ ਵਿੱਚ ਇਸ਼ਨਾਨ ਕਰਕੇ ਸਹੀ ਹੋਣ ਵਾਲੀ ਭਾਵਨਾ ਉਹਦੇ ਅੰਦਰ ਉਸ ਨੂੰ ਲੱਗੀ। ਉਹ ਭਾਵਨਾ ਦਾ ਮਤਲਬ ਫਿਰ ਸਭ ਕੁਝ ਹੀ ਆ ਜਾਂਦਾ। ਜਿਹਦੇ ਅੰਦਰ ਭਾਵਨਾ ਬਣ ਗਈ, ਉਹਦੇ ਪੱਥਰ ਨੂੰ ਵੀ ਰੱਬ ਮੰਨ ਲੈਂਦਾ। ਜਿਹਦੇ ਅੰਦਰ ਭਾਵਨਾ ਨਾ ਆਵੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੱਬ ਨਹੀਂ ਮੰਨਦਾ। ਉਹਦੇ ਅੰਦਰ ਭਾਵਨਾ ਆ ਗਈ, ਬਦ ਭਾਵਨਾ ਜਦ ਆ ਗਈ, ਅਤੇ ਭਾਵਨਾ ਵਾਲੇ ਤੇ ਘੱਟ ਮੈਂ ਹਰ ਜੂ ਵਸੇ ਸੰਤਨ ਕਿਉ ਪੁਕਾਰੋ, ਉਹਦੇ ਸਭ ਨੂੰ ਰੱਬ ਮੰਨ ਲੈਂਦੇ ਨੇ। ਉਹ ਹੌਲੀ ਹੌਲੀ ਰਿੜ ਕੇ ਉਸ ਤਲਾਬ ਦੇ ਵਿੱਚ ਜਾ ਕੇ ਉਸਨੇ ਇਸ਼ਨਾਨ ਕੀਤਾ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਅਸੀਂ ਇਹ ਨਹੀਂ ਕਹਿ ਸਕਦੇ ਹਾਂ ਵੀ ਕੋਈ ਐਡੀ ਵੱਡੀ ਲਾਈਟ ਪਈ ਅਤੇ ਇੱਕਦਮ ਜੀ ਉਹ ਸਿੱਧਾ ਖਲੋ ਗਿਆ। ਉਹਦੇ ਵਿੱਚ ਕਾਫੀ ਚੇਂਜ ਆ ਗਈ ਹੋਵੇਗੀ, ਧਿਆਨ ਦੇਣਾ।